ਪ੍ਰੋਫੈਸਰ ਸਾਹਿਬ, ਮੇਰਾ ਸਭ ਤੋਂ ਪਹਿਲਾ ਸਿੱਧਾ ਸਵਾਲ ਤੁਹਾਨੂੰ ਇਹ ਹੈ, ਲੋਕ ਤੁਹਾਨੂੰ ਕਿਉਂ ਚੁਣਨ? ਬਾਕੀ ਗੱਲਾਂ ਆਪਾਂ ਬਾਅਦ ਚ ਕਰਾਂਗੇ। ਸਾਨੂੰ ਪਹਿਲਾਂ ਬਗੈਰ ਕਿਸੇ ਗੱਲ ਤੋਂ ਕਿ ਲੋਕ ਤੁਹਾਨੂੰ ਕਿਉਂ ਚੁਣਨ, ਕਿਉਂਕਿ ਆਲਰੇਡੀ ਪੁਰਾਣੇ ਜਿਹੜੇ ਲੀਡਰ ਨੇ ਉਹ ਅਗਵਾਈ ਕਰ ਰਹੇ ਨੇ। ਪਿੰਡਾਂ ਦੇ ਵਿੱਚ ਬਹੁਤ ਹੀ ਨਿੱਕੇ ਨਿੱਕੇ ਮਾਮਲਿਆਂ ਦੇ ਵਿੱਚ ਵੀ ਦਾਖਲ ਦਿੰਦੇ ਆ, ਤੇ ਉਹ ਤੋਂ ਬਿਨਾਂ ਉਹਨਾਂ ਕੋਲੇ ਨਾ ਉਹਨਾਂ ਦੀ ਪਾਰਟੀ ਕੋਲੇ ਨਾ ਇਹ ਲੋਕਲ ਲੀਡਰਾਂ ਕੋਲੇ ਵਿਜ਼ਨ ਨਹੀਂ ਹੈਗਾ ਕੋਈ, ਨਾ ਉਸ ਲੈਵਲ ਦੇ ਨੇ। ਇਹਦੀ ਜੋ ਬੋਲੀ ਆ, ਜੋ ਇਸ ਤਰੀਕੇ ਨਾਲ ਅੱਜ ਇਲਾਕੇ 'ਚ ਰਿਹਾ, ਜਿਸ ਤਰੀਕੇ ਦੇ ਇਹਦੇ ਸੁਭਾਅ ਨੇ, ਇਹ ਲੋਕਾਂ ਦੇ ਅਨੁਕੂਲ ਨਹੀਂ ਹੈਗੀ। ਤੁਸੀਂ ਕਹਿ ਰਹੇ ਹੋ ਕਿ ਸਿਹਤ ਪੱਖੋਂ ਬਹੁਤ ਪਿੱਛੇ ਹੈ ਹਲਕਾ ਅਮਰਗੜ੍ਹ, ਤੇ ਫਿਰ ਅਹਿਮਦਗੜ੍ਹ ਦੇ ਵਿੱਚ ਵੀ ਬਹੁਤ ਸਾਰੀਆਂ ਇੱਦਾਂ ਦੀਆਂ ਸਮੱਸਿਆਵਾਂ ਹੈਗੀਆਂ। ਅਹਿਮਦਗੜ੍ਹ ਦੀ ਮੇਨ ਸਮੱਸਿਆ ਕੀ ਮੰਨਦੇ ਹੋ ਤੁਸੀਂ, ਕਿ ਤੁਹਾਨੂੰ ਲੱਗਦਾ ਹੈ ਕਿ ਜਿਹੜੀ ਬਹੁਤ ਤਰੀਕੇ ਨਾਲ ਬਹੁਤ ਸਮਾਂ ਪਹਿਲਾਂ ਹੱਲ ਹੋ ਜਾਣੀ ਚਾਹੀਦੀ ਸੀ ਲੇਕਿਨ ਹੁਣ ਤੱਕ ਹੋਈ ਨਹੀਂ? ਅਮਰਗੜ੍ਹ ਹਲਕਾ ਇੱਕ ਐਸਾ ਹਲਕਾ ਜਿਹੜਾ ਪੂਰੇ ਪੰਜਾਬ ਦਾ ਸੈਂਟਰ ਆ, ਚਾਰੇ ਪਾਸੇ ਨੂੰ ਇੱਕੋ ਜੀ ਦੂਰੀ ਪੈਂਦੀ ਆ। ਇੱਥੇ ਬਹੁਤ ਕਿਸਮ ਦੀ ਮਤਲਬ ਜਲਦੀ ਹਾਈਵੇ ਲੰਘਦੀ ਹੈ, ਦੇ ਵਿੱਚ ਦੀ ਲੁਧਿਆਣਾ ਬਹੁਤ ਨੇੜੇ ਆ। ਇੱਥੇ ਬਹੁਤ ਸੰਭਾਵਨਾਵਾਂ ਨੇ, ਜਿਸ ਕਿਸਮ ਦੀ ਵੀ ਸਾਡੇ ਸਨਅਤਕਾਰ ਵੀਰਾਂ ਨੂੰ ਲੋੜ ਹੁੰਦੀ ਆ, ਅਸੀਂ ਤਾਂ ਉਹਨਾਂ ਦੀ ਸਹਾਇਤਾ ਕਰਨੀ ਹੁੰਦੀ ਆ। ਵੀ ਜੇ ਉਹਨਾਂ ਨੂੰ ਡਰ ਨਾ ਰਹੇ, ਪ੍ਰਸ਼ਾਸਨ ਉਹਨਾਂ ਦਾ ਸਾਥ ਦੇਵੇ, ਤੇ ਉਹ ਸਨਅਤਕਾਰ ਫਿਰ ਆਪਦਾ ਪੂੰਜੀ ਲਾਉਂਦਾ। ਤੇ ਅੱਜ ਦੇ ਸਮੇਂ ਤੱਕ ਸਰਕਾਰਾਂ ਨੇ ਕਿਸੇ ਸਨਅਤਕਾਰ ਦੀ ਮਤਲਬ ਉਹਨਾਂ ਨੂੰ ਤਾਂ ਇਹੋ ਸਮਝਦੇ ਵੀ ਜਿਵੇਂ ਕਿਸੇ ਇਹ ਸਾਡੇ ਡਾਕੂ ਹੁੰਦੇ ਨੇ। ਇਹਨਾਂ ਦੇ MLA ਦਾ, ਲੀਡਰਾਂ ਦਾ ਉਹ ਹਾਲ ਆ ਵੀ ਚੋਰੀ ਇਹ ਨੀਂਹ ਪੱਥਰ ਰੱਖ ਕੇ ਵੀ ਭੱਜਦੇ ਨੇ। ਰਾਤਾਂ ਨੂੰ ਇਹ ਲੋਕਾਂ ਦੇ ਘਰੇ ਜਾਂਦੇ ਨੇ, ਦਿਨੇ ਲੋਕਾਂ ਦੇ ਜਾਣ ਜੋਗੇ ਨਹੀਂ। 5 ਸਾਲ ਨੇ ਜਿਹੜੇ ਉਹ ਅਸੀਂ ਕਿਸੇ ਦੇ ਸਪੁਰਦ ਕਰਦੇ ਹਾਂ, ਸਾਡੇ ਬੱਚਿਆਂ ਦਾ ਭਵਿੱਖ ਉਹਨਾਂ ਦੇ ਸਪੁਰਦ ਕਰਦੇ ਹਾਂ, ਆਪਣੇ ਖੁਦ ਦਾ ਭਵਿੱਖ ਉਹਨਾਂ ਦੇ ਸਪੁਰਦ ਕਰਦੇ ਹਾਂ। ਲੋਕਾਂ ਨੂੰ ਵੋਟਾਂ ਬਾਰੇ ਕੀ ਕਹੋਗੇ? ਦੇਖੋ, ਰਾਜਨੀਤੀ ਤੋਂ ਉੱਪਰ ਉੱਠ ਕੇ ਗੱਲ ਕਰਨੀ ਹੈ ਜਿਹੜੀ ਤੁਸੀਂ ਕਰਨੀ ਹੈ। ਸਲਾਮ, ਨਮਸਤੇ, ਸਤਿ ਸ਼੍ਰੀ ਅਕਾਲ। ਹਕੀਕਤ ਟੀਵੀ ਪੰਜਾਬੀ ਦੇਖ ਰਹੇ ਸਾਡੇ ਸਾਰੇ ਦਰਸ਼ਕਾਂ ਦਾ ਸਵਾਗਤ। ਮੈਂ ਹਾਂ ਕਾਸਿਫ ਫਾਰੂਕੀ। ਇਸ ਵੇਲੇ ਪੰਜਾਬ ਦੇ ਵਿੱਚ ਜਿਹੜਾ ਚੋਣਾਂ ਦਾ ਮਾਹੌਲ ਹੈ ਉਹ ਬਿਲਕੁਲ ਗਰਮਾਇਆ ਹੋਇਆ। ਬੇਸ਼ੱਕ ਲੋਕ ਰਜ਼ਾਈਆਂ ਅਤੇ ਕੰਬਲਾਂ ਦੇ ਵਿੱਚ ਬੈਠੇ ਨੇ, ਪਰ ਸਿਆਸਤ ਨੇ ਇਸ ਵੇਲੇ ਜਿਹੜਾ ਮਾਹੌਲ ਇਸ ਹੱਦ ਤੱਕ ਗਰਮਾ ਦਿੱਤਾ ਹੈ ਕਿ ਲੋਕਾਂ ਨੂੰ ਵੋਟਾਂ ਦੀ ਜਿਹੜੀ ਗਰਮੀ ਹੈ ਉਹ ਜ਼ਿਆਦਾ ਮਹਿਸੂਸ ਹੋ ਰਹੀ ਹੈ, ਤੁਲਨਾਤਮਕ ਜੇਕਰ ਅਸੀਂ ਗੱਲ ਕਰੀਏ ਮੌਸਮ ਦੇ ਹਿਸਾਬ ਨਾਲ। ਸੋ ਅਜਿਹੇ ਦੇ ਵਿੱਚ ਅਮਰਗੜ੍ਹ ਦੀ ਸੀਟ ਇੱਕ ਅਜਿਹੀ ਸੀਟ ਹੈ ਜਿਹੜੀ ਹਮੇਸ਼ਾ ਹੀ ਚਰਚਾ ਦਾ ਵਿਸ਼ਾ ਬਣੀ ਰਹੀ ਹੈ। ਅਜਿਹੇ ਦੇ ਵਿੱਚ ਇਸ ਵਾਰ ਆਮ ਆਦਮੀ ਪਾਰਟੀ ਤੋਂ ਪ੍ਰੋਫੈਸਰ ਜਸਵੰਤ ਸਿੰਘ ਗੱਜਣ ਮਾਜਰਾ ਹੋਰਾਂ ਨੇ ਉਮੀਦਵਾਰੀ ਹੈ ਜਿਹੜੀ ਅਰਵਿੰਦ ਕੇਜਰੀਵਾਲ ਨੇ ਉਹਨਾਂ ਦੇ ਉੱਤੇ ਦਾਅ ਖੇਡਿਆ। ਉਹਨਾਂ ਨਾਲ ਗੱਲਬਾਤ ਕਰਦੇ ਹਾਂ, ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਕੀ ਪਲਾਨ ਲੈ ਕੇ ਆਏ ਨੇ, ਕੀ ਉਹਨਾਂ ਕੋਲ ਨਵਾਂ ਹੈ, ਕਿਉਂਕਿ ਇਸ ਵਾਰ ਜਿਹੜਾ ਇੱਕ ਬਦਲਾਅ ਅਸੀਂ ਕਹਿ ਸਕਦੇ ਹਾਂ ਕਿ ਦੇਖਣ ਦੇ ਵਿੱਚ ਲੋਕਾਂ ਦੇ ਵਿੱਚ ਆ ਰਿਹਾ, ਉਹ ਕੋਈ ਵੀ ਹਲਕਾ ਹੋਵੇ। ਸਾਡੇ ਨਾਲ ਪ੍ਰੋਫੈਸਰ ਜਸਵੰਤ ਸਿੰਘ ਗੱਜਣ ਮਾਜਰਾ ਜੀ ਨੇ, ਉਹਨਾਂ ਨਾਲ ਗੱਲਬਾਤ ਕਰਾਂਗੇ, ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਉਹ ਆਪਣੇ ਵੋਟਰਾਂ ਵਾਸਤੇ, ਆਪਣੇ ਹਲਕੇ ਵਾਸਤੇ ਕੀ ਸੋਚ ਰੱਖਦੇ ਨੇ। ਸ਼ੁਰੂਆਤ ਕਰ ਲੈਂਦੇ ਹਾਂ। ਪ੍ਰੋਫੈਸਰ ਸਾਹਿਬ, ਬਹੁਤ ਬਹੁਤ ਸਵਾਗਤ ਹੈ ਹਕੀਕਤ ਟੀਵੀ ਪੰਜਾਬੀ ਤੇ। ਮੈਂ ਸਾਰੇ ਦਰਸ਼ਕਾਂ ਨੂੰ ਫਤਿਹ ਬੁਲਾਉਣਾ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਫਤਿਹ ਜੀ। ਪ੍ਰੋਫੈਸਰ ਸਾਹਿਬ, ਮੇਰਾ ਸਭ ਤੋਂ ਪਹਿਲਾ ਸਿੱਧਾ ਸਵਾਲ ਤੁਹਾਨੂੰ ਇਹ ਹੈ, ਲੋਕ ਤੁਹਾਨੂੰ ਕਿਉਂ ਚੁਣਨ? ਬਾਕੀ ਗੱਲਾਂ ਆਪਾਂ ਬਾਅਦ ਚ ਕਰਾਂਗੇ। ਸਾਨੂੰ ਪਹਿਲਾਂ ਬਗੈਰ ਕਿਸੇ ਗੱਲ ਤੋਂ ਕਿ ਲੋਕ ਤੁਹਾਨੂੰ ਕਿਉਂ ਚੁਣਨ, ਕਿਉਂਕਿ ਆਲਰੇਡੀ ਪੁਰਾਣੇ ਜਿਹੜੇ ਲੀਡਰ ਨੇ ਉਹ ਅਗਵਾਈ ਕਰ ਰਹੇ ਨੇ। ਦੇਖੋ, ਪਬਲਿਕ ਬਹੁਤ ਸਿਆਣੀ ਆ, ਰੱਬ ਵਰਗੀ ਹੁੰਦੀ ਆ। ਉਹਨਾਂ ਨੂੰ ਬਹੁਤ ਸਾਰੀਆਂ ਗੱਲਾਂ ਦਾ ਜਦੋਂ ਕਿਸੇ ਨਾਲ ਵਿਚਰਦੇ ਨੇ, ਕਿਸੇ ਨਾਲ ਵਰਤਦੇ ਨੇ, ਤਾਂ ਉਹ ਪਰਖ ਲੈਂਦੇ ਨੇ। ਪਿਛਲੇ 15-20 ਸਾਲਾਂ ਤੋਂ ਖਾਸ ਕਰਕੇ ਅਮਰਗੜ੍ਹ ਹਲਕੇ ਦੀ ਜਿਹੜੀ ਰਾਜਨੀਤੀ ਆ, ਉਹ ਉਹਨਾਂ ਨੇ ਪੁਰਾਣੇ ਲੀਡਰ, ਪੁਰਾਣੀਆਂ ਪਾਰਟੀਆਂ ਵੇਖ ਲਈਆਂ। ਕਾਂਗਰਸ ਵੇਖ ਲਈ, ਅਕਾਲੀ ਦਲ ਵੇਖ ਲਿਆ। ਉਹ ਕਿਸੇ ਵਾਅਦਾ ਖਿਲਾਫੀ ਕਰਦੇ ਆ, ਝੂਠ ਬੋਲਦੇ ਆ, ਪਿੰਡਾਂ ਦੇ ਵਿੱਚ ਬਹੁਤ ਹੀ ਨਿੱਕੇ ਨਿੱਕੇ ਮਾਮਲਿਆਂ ਦੇ ਵਿੱਚ ਵੀ ਦਾਖਲ ਦਿੰਦੇ ਆ। ਤੇ ਉਹ ਤੋਂ ਬਿਨਾਂ ਉਹਨਾਂ ਕੋਲੇ ਨਾ ਉਹਨਾਂ ਦੀ ਪਾਰਟੀ ਕੋਲੇ ਨਾ ਇਹ ਲੋਕਲ ਲੀਡਰਾਂ ਕੋਲੇ ਵਿਜ਼ਨ ਨਹੀਂ ਹੈਗਾ ਕੋਈ, ਨਾ ਉਸ ਲੈਵਲ ਦੇ ਨੇ ਇਹ, ਨਾ ਇਹਨਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਉਸ ਕਿਸਮ ਦੇ ਮਤਲਬ ਲੋਕਾਂ ਨੂੰ ਕੋਈ ਵਿਖਾਇਆ ਵੀ ਅਸੀਂ ਕਰ ਸਕਦੇ ਹਾਂ। ਕਿਉਂਕਿ ਜਦੋਂ ਕੋਈ ਸ਼ਕਤੀ ਕਿਸੇ ਕੋਲ ਮਿਲਦੀ ਆ ਤਾਂ ਉਸ ਨੂੰ ਇੱਕ ਮੌਕਾ ਮਿਲਦਾ ਵੀ ਕੁਝ ਕਰਕੇ ਵਿਖਾਵੇ। ਜੇ ਉਹ ਕੁਝ ਕਰਕੇ ਵਿਖਾਉਂਦੇ ਨੇ ਫਿਰ ਲੋਕ ਮੰਨ ਲੈਂਦੇ ਨੇ, ਜੇ ਨਾ ਕਰਕੇ ਵਿਖਾਵੇ ਲੋਕ ਉਸ ਨੂੰ ਬਦਲ ਦਿੰਦੇ ਆ। ਫਿਰ ਤੁਹਾਡੇ ਕੋਲ ਕੀ ਚੀਜ਼ ਹੈਗੀ ਹੈ? ਸਾਹਿਤਕਾਰ ਵੀ ਹੋ ਤੁਸੀਂ, ਕਿਤਾਬਾਂ ਵੀ ਬਹੁਤ ਸਾਰੀਆਂ ਤੁਸੀਂ ਲਿਖੀਆਂ ਨੇ, ਸਕੂਲ ਵੀ ਚਲਾਉਂਦੇ ਹੋ, ਹੋਰ ਵੀ ਬਹੁਤ ਕੁਝ ਮੈਨੇਜ ਕਰਦੇ ਹੋ। ਹਲਕਾ ਮੈਨੇਜ ਕਰ ਸਕੋਗੇ ਇਸ ਤਰ੍ਹਾਂ? ਇਹ ਤਾਂ ਦੇਖੋ, ਜਿਹਦੇ ਵਿੱਚ ਪ੍ਰਬੰਧਕੀ ਗੁਣ ਹੁੰਦੇ ਨੇ ਉਹਦੇ ਲਈ ਕੋਈ ਔਖੀ ਗੱਲ ਨਹੀਂ ਹੁੰਦੀ। ਕਿਹੜੇ ਸਾਡੇ ਪਿੰਡਾਂ ਦੀਆਂ ਸਮੱਸਿਆਵਾਂ ਕੀ ਨੇ,
ਸ਼ਹਿਰ ਅਹਿਮਦਗੜ੍ਹ ਅਮਰਗੜ੍ਹ ਉਹਨਾਂ ਦੀ ਸਮੱਸਿਆਵਾਂ ਕੀ ਨੇ, ਕਿਹੜੇ ਅਧਿਕਾਰੀ ਲੱਗੇ ਨੇ, ਅਧਿਕਾਰੀਆਂ ਦੇ ਵਿੱਚ ਕੰਮ ਕਰਨ ਦੀ ਸਮਰੱਥਾ ਕਿੰਨੀ ਗਾ, ਉਹਨਾਂ ਤੋਂ ਕੰਮ ਕਿਵੇਂ ਲੈਣਾ। ਇਹ ਨਹੀਂ ਹੈਗਾ ਵੀ ਅਸੀਂ ਉਹਨਾਂ ਦੇ ਰਹਿਮ 'ਤੇ ਛੱਡ ਦਿਆਂਗੇ ਕਿ ਉਹ ਆਪਣੀ ਡਿਊਟੀ ਨਿਭਾਉਂਦੇ ਨੇ। ਜੇ ਨਹੀਂ ਨਿਭਾਉਂਦੇ ਪਿਆਰ ਨਾਲ ਸਿਖਾਵਾਂਗੇ ਨਿਭਾਉਣੀ। ਜੇ ਪਿਆਰ ਨਾਲ ਨਹੀਂ ਸਿੱਖਣਗੇ ਫਿਰ ਸਖਤੀ ਵੀ ਵਰਤਣੀ ਪੈ ਜਾਂਦੀ ਆ। ਪਰ ਜਿਹੜੇ ਤੁਹਾਡੇ ਮੌਜੂਦਾ ਐਮਐਲਏ ਨੇ ਉਹ ਤਾਂ ਆਪਣੇ ਥਾਣੇਦਾਰ ਦੇ ਖਿਲਾਫ ਧਰਨੇ ਲਾ ਕੇ ਬੈਠ ਜਾਂਦੇ ਨੇ। ਬਿਲਕੁਲ ਜੀ, ਐਵੇਂ ਡਰਾਮਾ ਉਹਨਾਂ ਦਾ, ਕੋਈ ਥਾਣੇਦਾਰ ਵਾਲੀ ਕਿਸੇ ਵਾਲੀ ਕੋਈ ਗੱਲ ਨਹੀਂ ਹੈਗੀ। ਜੇ ਇਦਾਂ ਦਾ ਪ੍ਰਬੰਧ ਕਰਨ ਵਾਲਾ ਹੁੰਦਾ, ਐਮਐਲਏ ਤੋਂ ਕੋਈ ਥਾਣੇਦਾਰ ਬਾਗੀ ਨਹੀਂ ਹੁੰਦਾ, ਕੋਈ ਡੀਐਸਪੀ ਬਾਗੀ ਨਹੀਂ ਹੁੰਦਾ, ਕੋਈ ਐਸਐਸਪੀ ਬਾਗੀ ਨਹੀਂ ਹੁੰਦਾ, ਕਿਉਂਕਿ ਸਰਕਾਰ ਦੇ ਮੁਲਾਜ਼ਮ ਨੇ। ਮੁਲਾਜ਼ਮ ਨੂੰ ਤਾਂ ਤੁਹਾਨੂੰ ਸੇਧ ਦੇਣੀ ਪੈਂਦੀ ਆ। ਜੇ ਮੁਲਾਜ਼ਮ ਗਲਤੀ ਦੇਵੇ ਤੇ ਸੇਧ ਦੇਣ ਵਾਲਾ ਵੀ ਗਲਤੀ ਦੇਵੇ, ਕੌਣ ਸੇਧ ਦਊਗਾ? ਇਹ ਬਿਲਕੁਲ ਇਹਦੇ 'ਚ ਸਾਡਾ ਜਿਹੜਾ ਹੁਣ ਦਾ ਵਿਧਾਇਕ ਹੈ ਯੋਗਤਾ ਨਹੀਂ ਹੈਗੀ, ਕਿਉਂਕਿ ਇਹਦੀ ਜੋ ਬੋਲੀ ਆ, ਜੋ ਇਸ ਤਰੀਕੇ ਨਾਲ ਅੱਜ ਇਲਾਕੇ 'ਚ ਰਿਹਾ, ਜਿਸ ਤਰੀਕੇ ਦੇ ਇਹਦੇ ਸੁਭਾਅ ਨੇ, ਇਹ ਲੋਕਾਂ ਦੇ ਅਨੁਕੂਲ ਨਹੀਂ ਹੈਗੀ। ਤੇ ਫਿਰ ਜੇਕਰ ਅਸੀਂ ਗੱਲ ਪਹਿਲਾਂ ਅਮਰਗੜ੍ਹ ਦੀ ਕਰ ਲੈਂਦੇ ਹਾਂ, ਜਿਹੜਾ ਸ਼ਹਿਰ ਅਸੀਂ ਕਹਿ ਲੈਂਦੇ ਹਾਂ, ਹੁਣ ਕਸਬੇ ਦਾ ਰੂਪ ਅਸੀਂ ਕਹਿ ਸਕਦੇ ਹਾਂ ਕਿ ਬਣ ਗਿਆ। ਇਹਦੇ ਵਾਸਤੇ ਤੁਹਾਨੂੰ ਕੀ ਲੱਗਦਾ ਹੈ ਕਿ ਕੀ ਸਮੱਸਿਆਵਾਂ ਇੱਥੇ ਜਿਹੜੀਆਂ ਹੈਗੀਆਂ ਨੇ ਹੁਣ ਤੱਕ ਹੱਲ ਹੀ ਨਹੀਂ ਹੋਈਆਂ 70-72 ਸਾਲ 'ਚ? ਹਾਂਜੀ, ਪਹਿਲੀ ਗੱਲ ਤਾਂ ਵੀ ਸਾਡੇ ਅਮਰਗੜ੍ਹ ਨੂੰ ਬਾਈਪਾਸ ਦੀ ਬਹੁਤ ਸਖਤ ਲੋੜ ਆ। ਸਭ ਤੋਂ ਵੱਧ ਉੱਥੇ ਟ੍ਰੈਫਿਕ ਜਾਮ ਹੁੰਦੀ ਆ, ਅਤੇ ਹੁਣ ਇੱਕ ਸੜਕ ਪੱਟਦੇ ਨੇ 2-2 ਸਾਲ ਪਈ ਰਹਿੰਦੀ ਆ, ਅਤੇ ਲੋਕਾਂ ਦੀਆਂ ਦੁਕਾਨਾਂ ਬੰਦ ਕਰ ਦਿੱਤੀਆਂ, ਕਾਰੋਬਾਰ ਉੱਥੇ ਬੰਦ ਹੋਏ ਪਏ ਨੇ। ਸਰਕਾਰੀ ਹਸਪਤਾਲ ਆ ਉੱਥੇ, ਉਹ ਰੈਫਰ ਸੈਂਟਰ ਬਣਿਆ ਹੋਇਆ, ਕੋਈ ਉੱਥੇ ਨਾਲ ਤਾਂ ਡਾਕਟਰਾਂ ਦੀਆਂ ਪੋਸਟਾਂ ਭਰੀਆਂ ਨੇ, ਨਾ ਨਰਸਾਂ ਦੀਆਂ ਪੋਸਟਾਂ ਭਰਦੇ ਨੇ, ਨਾ ਟੈਕਨੀਸ਼ੀਅਨ ਹੈਗੇ ਨੇ, ਨਾ ਉੱਥੇ ਇਕਵਿਪਮੈਂਟ ਨੇ ਜਿਹੜੇ ਅੱਜ ਆਧੁਨਿਕ ਲੋੜ ਆ। ਹੁਣ ਗਰੀਬ ਬੰਦੇ ਜਾਣ ਤੇ ਜਾਣ ਕਿੱਥੇ? ਅਤੇ ਉਹਨਾਂ ਨੂੰ ਤਾਂ ਇੱਕ ਬਹੁਤ ਮਤਲਬ ਪ੍ਰਾਈਵੇਟ ਹੋਸਪਿਟਲਾਂ ਦੇ ਵਿੱਚ ਇਲਾਜ ਕਰਾਉਣ ਦੇ ਜੋ ਯੋਗ ਹੋਣ, ਫਿਰ ਇਹਨਾਂ ਕੋਲ ਨਾ ਜਾਣ, ਮਜਬੂਰੀ 'ਚ ਉਹਨਾਂ ਨੂੰ ਜਾਣਾ ਪੈਂਦਾ। ਉਹਨਾਂ ਦੀ ਆਰਥਿਕਤਾ ਦੀ ਬਹੁਤ ਵੱਡੀ ਲੁੱਟ ਹੁੰਦੀ ਆ। ਤੇ ਫਿਰ ਤੁਸੀਂ ਕਹਿ ਰਹੇ ਹੋ ਕਿ ਸਿਹਤ ਪੱਖੋਂ ਬਹੁਤ ਪਿੱਛੇ ਹੈ ਹਲਕਾ ਅਮਰਗੜ੍ਹ, ਤੇ ਫਿਰ ਅਹਿਮਦਗੜ੍ਹ ਦੇ ਵਿੱਚ ਵੀ ਬਹੁਤ ਸਾਰੀਆਂ ਇੱਦਾਂ ਦੀਆਂ ਸਮੱਸਿਆਵਾਂ ਹੈਗੀਆਂ। ਅਹਿਮਦਗੜ੍ਹ ਦੀ ਮੇਨ ਸਮੱਸਿਆ ਕੀ ਮੰਨਦੇ ਹੋ ਤੁਸੀਂ, ਕਿ ਤੁਹਾਨੂੰ ਲੱਗਦਾ ਹੈ ਕਿ ਜਿਹੜੀ ਬਹੁਤ ਤਰੀਕੇ ਨਾਲ ਬਹੁਤ ਸਮਾਂ ਪਹਿਲਾਂ ਹੱਲ ਹੋ ਜਾਣੀ ਚਾਹੀਦੀ ਸੀ ਲੇਕਿਨ ਹੁਣ ਤੱਕ ਹੋਈ ਨਹੀਂ? ਸਭ ਤੋਂ ਪਹਿਲਾਂ ਉੱਥੇ ਵੀ ਸਿਹਤ ਦੀ ਸਹੂਲਤ ਆ, ਮਤਲਬ ਅਮਰਗੜ੍ਹ ਨਾਲੋਂ ਵੀ ਅਹਿਮਦਗੜ੍ਹ ਦਾ ਜਿਹੜਾ ਸਰਕਾਰੀ ਹਸਪਤਾਲ ਆ ਮੇਰੀ ਸਮਝ ਦੇ ਵਿੱਚ ਜ਼ਿਆਦਾ ਡਾਊਨ ਆ। ਉੱਥੇ ਤਾਂ ਤੁਸੀਂ ਉੱਥੇ ਜਾਓ ਨਿਕਲੋ, ਕੋਈ ਪੁੱਛਦਾ ਨਹੀਂ, ਕੋਈ ਗਿਣਦਾ ਨਹੀਂ, ਕੋਈ ਤੁਹਾਡੇ ਬੈੱਡ 'ਤੇ ਕਿਸੇ ਦੀ ਕੋਈ ਰੁਕਾਵਟ ਨਹੀਂ, ਕੋਈ ਉੱਥੇ। ਕਿਹੜਾ ਮਾਰਿਆ ਕਦੇ? ਬਹੁਤ ਵਾਰ ਗਏ ਜੀ, ਬਹੁਤ ਵਾਰ ਗਏ ਹਾਂ। ਅਤੇ ਮਤਲਬ ਸਭ ਤੋਂ ਵੱਡੀ ਸਮੱਸਿਆ ਸਿਹਤ ਸਹੂਲਤਾਂ ਦੀ ਆ, ਕਿਉਂਕਿ ਲੁਧਿਆਣਾ ਨੇੜੇ ਆ, ਉੱਥੇ ਲੱਖਾਂ ਰੁਪਈਆ ਲੋਕਾਂ ਦਾ ਲੱਗਦਾ, ਅਤੇ ਲੋਕ ਲੁਧਿਆਣੇ ਜਾ ਕੇ ਇਲਾਜ ਕਰਾ ਕੇ ਲੈ ਕੇ ਆਉਂਦੇ ਨੇ। ਪਰ ਅਹਿਮਦਗੜ੍ਹ ਦਾ ਜਿਹੜਾ ਨਿਵਾਸੀ ਆ ਉਹ ਬਹੁਤ ਪਰੇਸ਼ਾਨ ਆ। ਹੁਣ ਸਾਡੇ ਤੁਸੀਂ ਜਨਾਲੀ ਰੋਡ ਦੇਖੋ, ਮੈਨੂੰ ਲੱਗਦਾ 5-7 ਸਾਲਾਂ ਦਾ ਜਿੱਦਾਂ ਕਿ ਐਮਐਲਏ ਆ, ਤੁਸੀਂ ਉਹ ਰੋਡ ਦੇ ਉੱਤੇ ਦੀ ਜਿਵੇਂ ਲੰਘ ਗਏ, ਜਾਂ ਸਮਝ ਲਓ ਵੀ ਤੁਹਾਡਾ ਕੋਈ ਗੱਡੀ ਦਾ ਕੁਛ ਟੁੱਟੂ, ਜਾਂ ਤੁਹਾਡਾ ਤੁਸੀਂ ਟਾਈਮ 'ਤੇ ਨਹੀਂ ਪਹੁੰਚ ਸਕਦੇ। ਅਤੇ ਇੰਨੇ ਮਾੜੇ ਹਾਲਤ ਨੇ, ਹਜੇ ਤੱਕ ਅਹਿਮਦਗੜ੍ਹ ਨੂੰ ਕੋਈ ਵੀ ਚੱਜ ਦੀ ਸੜਕ ਨਹੀਂ ਮਿਲੀ ਹੈਗੀ। ਉਸ ਤੋਂ ਬਿਨਾਂ ਹੁਣ ਸਾਡੇ ਸ਼ਹਿਰਾਂ ਨੂੰ ਰੁਜ਼ਗਾਰ ਦੀ ਬਹੁਤ ਲੋੜ ਆ, ਅਤੇ ਰੁਜ਼ਗਾਰ ਦੇ ਤੌਰ 'ਤੇ ਦੋਨਾਂ ਸ਼ਹਿਰਾਂ ਦੇ ਵਿੱਚ ਕੋਈ ਵੀ ਸਾਡਾ ਲੋਕਲ ਐਸੀ ਇੰਡਸਟਰੀ ਨਹੀਂ ਜਿਹੜੀ ਰੁਜ਼ਗਾਰ ਦੇ ਸਕੇ। ਤੁਸੀਂ ਕੀ ਲੈ ਕੇ ਆਓਗੇ? ਅਸੀਂ ਇਹ ਸੋਚਾਂਗੇ ਨਾ ਕਰਾਂਗੇ ਵੀ ਰੁਜ਼ਗਾਰ ਕਿਵੇਂ ਪੈਦਾ ਕਰਨਾ, ਅਤੇ ਕਿਹੜੀਆਂ ਸਹੂਲਤਾਂ ਦੇਣੀਆਂ ਨੇ, ਕਿਸੇ ਸਨਅਤਕਾਰ ਨੂੰ ਕਿਵੇਂ ਡਿਵੈਲਪ ਕਰਨਾ। ਬਹੁਤ ਸਾਰੀਆਂ ਇੰਡਸਟਰੀ ਲੱਗੀ ਹੁੰਦੀ ਆ, ਕੋਈ ਜ਼ਰੂਰੀ ਨਹੀਂ ਵੀ ਨਵੀਂ ਲੈ ਕੇ ਆਉਣੀ ਹੁੰਦੀ ਹੈ, ਪੁਰਾਣੀ ਨੂੰ ਵੀ ਤੁਸੀਂ ਹਿੱਕ ਨਾ ਲਾਵੇ ਤਾਂ ਸਰਕਾਰ ਉਹਨਾਂ ਨੂੰ ਸਹੂਲਤਾਂ ਦੇਵੇ ਤਾਂ ਬਹੁਤ ਵੱਧ ਰੁਜ਼ਗਾਰ ਪੈਦਾ ਕਰ ਦਿੰਦੇ ਨੇ। ਹੁਣ ਸਾਰੇ ਅਮਰਗੜ੍ਹ ਹਲਕੇ ਦੇ ਵਿੱਚ ਪਹਿਲਾਂ ਕਿਸੇ ਸਮੇਂ ਬਹੁਤ ਇੰਡਸਟਰੀ ਲੱਗੀ ਸੀ, ਬਹੁਤ ਫੇਲ ਹੋ ਗਈ, ਅਤੇ ਜੇ ਅਸੀਂ ਇੱਕ ਐਸੀ ਹੱਬ 'ਚ ਬੈਠੇ ਹਾਂ, ਅਮਰਗੜ੍ਹ ਹਲਕਾ ਇੱਕ ਐਸਾ ਹਲਕਾ ਜਿਹੜਾ ਪੂਰੇ ਪੰਜਾਬ ਦਾ ਸੈਂਟਰ ਆ, ਚਾਰੇ ਪਾਸੇ ਨੂੰ ਇੱਕੋ ਜਿਹੀ ਦੂਰੀ ਪੈਂਦੀ ਆ। ਇੱਥੇ ਬਹੁਤ ਕਿਸਮ ਦੀ ਮਤਲਬ ਜਲਦੀ ਹਾਈਵੇ ਲੰਘਦੀ ਹੈ, ਇਹਦੇ ਵਿੱਚ ਦੀ ਲੁਧਿਆਣਾ ਬਹੁਤ ਨੇੜੇ ਆ। ਇੱਥੇ ਬਹੁਤ ਸੰਭਾਵਨਾਵਾਂ ਨੇ, ਜਿਸ ਕਿਸਮ ਦੀ ਵੀ ਸਾਡੇ ਸਨਅਤਕਾਰ ਵੀਰਾਂ ਨੂੰ ਲੋੜ ਹੁੰਦੀ ਆ, ਅਸੀਂ ਤਾਂ ਉਹਨਾਂ ਦੀ ਸਹਾਇਤਾ ਕਰਨੀ ਹੁੰਦੀ ਆ ਵੀ ਜੇ ਉਹਨਾਂ ਨੂੰ ਡਰ ਨਾ ਰਹੇ, ਪ੍ਰਸ਼ਾਸਨ ਉਹਨਾਂ ਦਾ ਸਾਥ ਦੇਵੇ, ਅਤੇ ਉਹ ਸਨਅਤਕਾਰ ਫਿਰ ਆਪਦਾ ਪੂੰਜੀ ਲਾਉਂਦਾ। ਅਤੇ ਅੱਜ ਦੇ ਸਮੇਂ ਤੱਕ ਸਰਕਾਰਾਂ ਨੇ ਕਿਸੇ ਸਨਅਤਕਾਰ ਦੀ ਮਤਲਬ ਉਹਨਾਂ ਨੂੰ ਤਾਂ ਇਹੋ ਸਮਝਦੇ ਵੀ ਜਿਵੇਂ ਕਿਸੇ ਇਹ ਸਾਡੇ ਡਾਕੂ ਹੁੰਦੇ ਨੇ, ਅਤੇ ਉਹਨਾਂ ਨਾਲ ਪਿਆਰ ਮੁਹੱਬਤ ਨਾਲ ਉਹਨਾਂ ਨੂੰ
ਗੱਲਬਾਤ ਕੀਤੀ ਜਾਵੇ ਤਾਂ ਬਹੁਤ ਸਾਰੇ ਸਾਡੀ ਬੇਰੁਜ਼ਗਾਰੀ ਖਤਮ ਕਰਨ 'ਚ ਸਹਿਯੋਗ ਦੇ ਸਕਦੇ ਆ। ਤੇ ਫਿਰ ਜੇਕਰ ਆਪਾਂ ਤੁਸੀਂ ਸਨਅਤਕਾਰਾਂ ਦੀ ਗੱਲ ਕਰਦੇ ਹੋ, ਤੁਸੀਂ ਖੁਦ ਵੀ ਬਤੌਰ ਇੱਕ ਸਕਸੈਸਫੁਲ ਕਾਰੋਬਾਰੀ ਹੋ, ਕੀ ਲੱਗਦਾ ਹੈ ਕਿ ਕਿਹੋ ਜਿਹੀਆਂ ਦਿੱਕਤਾਂ ਪਿੱਛੇ ਜੇ ਤੁਸੀਂ ਸਤਿੰਦਰ ਜੈਨ ਹੋਰਾਂ ਦੀ ਵੀ ਇੱਕ ਕਨਵੋਕੇਸ਼ਨ ਕਰਾਈ ਸੀ ਵਪਾਰੀਆਂ ਨਾਲ, ਕੀ ਸਮੱਸਿਆਵਾਂ ਦੱਸੀਆਂ ਉਹਨਾਂ ਨੇ ਤੁਹਾਨੂੰ ਫਿਰ? ਇਹ ਪ੍ਰਸ਼ਾਸਨ ਦੀ ਬਹੁਤ ਆ ਜੀ, ਜਿਹੜੀ ਵਿੰਡੋ ਸਿਸਟਮ ਕਹਿ ਦਿੰਦੇ ਨੇ, ਉੱਥੇ 2-2 3-3 ਸਾਲਾਂ ਦੀਆਂ ਮਤਲਬ ਚੰਡੀਗੜ੍ਹ ਫਾਈਲਾਂ ਰੁਲੀ ਜਾਂਦੇ ਨੇ। ਕਹਿਣ ਦਾ ਨਾਂ ਆ, ਕੋਈ ਇੰਸਪੈਕਟਰੀ ਰਾਜ ਆ, ਪਤਾ ਹੀ ਨਹੀਂ ਲੱਗਦਾ ਵੀ ਸਨਅਤਕਾਰ ਦਾ ਕਿਹੜੇ ਮਹਿਕਮੇ ਛਾਪਾ ਕਦੋਂ ਮਾਰ ਲੈਣਾ। ਅਤੇ ਸਨਅਤਕਾਰਾਂ 'ਚ ਇੱਕ ਡਰ ਦਾ ਮਾਹੌਲ ਰਹਿੰਦਾ। ਜਿੰਨੀ ਦੇਰ ਤੱਕ ਸਨਅਤਕਾਰ ਦੇ ਵਿੱਚੋਂ ਡਰ ਦਾ ਮਾਹੌਲ ਨਹੀਂ ਨਿਕਲਦਾ, ਉਨੀ ਦੇਰ ਤੱਕ ਸਾਡਾ ਜਿਹੜਾ ਸਟੇਟ ਤਰੱਕੀ ਨਹੀਂ ਕਰ ਸਕਦੀ। ਸਟੇਟ ਨਹੀਂ ਕਰੂ, ਦੇਸ਼ ਨਹੀਂ ਤਰੱਕੀ ਕਰੂਗਾ। ਅਤੇ ਜੇ ਤਰੱਕੀ ਕਰਨਗੇ ਤਾਂ ਸਾਡਾ ਜਿਹੜਾ ਨੌਜਵਾਨਾਂ ਨੂੰ ਅਸੀਂ ਸਿੱਧੇ ਰਸਤੇ 'ਤੇ ਪਾ ਸਕਦੇ ਹਾਂ, ਤਾਂ ਉਹਨਾਂ ਨੂੰ ਰੁਜ਼ਗਾਰ ਦੀ ਗਰੰਟੀ ਦੇ ਸਕਦੇ ਹਾਂ। ਇੱਕ ਬੜਾ ਭਖਿਆ ਰਹਿੰਦਾ ਹੈ ਹਰੇਕ ਵਾਰੀ ਇਸ਼ੂ, ਇਹ ਬਣਿਆ ਵੱਡਾ ਮੁੱਦਾ ਬਣਦਾ ਹੈ ਨਸ਼ਿਆਂ ਦਾ ਮਾਮਲਾ ਹੈ ਜਿਹੜਾ ਹਲਕੇ ਦੇ ਵਿੱਚ। ਕੇਜਰੀਵਾਲ ਸਾਹਿਬ ਤੱਕ ਕਦੇ ਆਵਾਜ਼ ਪਹੁੰਚਦੀ ਕੀਤੀ ਹੈ ਇਸ ਚੀਜ਼ ਦੀ? ਕਦੇ ਗੱਲਬਾਤ ਹੋਈ ਹੈ ਤੁਹਾਡੀ ਇਸ ਮਾਮਲੇ ਦੇ ਉੱਤੇ? ਬਿਲਕੁਲ ਜੀ, ਸਾਡੀ ਸਾਰੀ ਪਾਰਟੀ ਅਤੇ ਮਾਨ ਸਾਹਿਬ ਹੋਣੀ ਅਤੇ ਅਸੀਂ ਬੜੀ ਬਰੀਕੀ ਦੇ ਨਾਲ ਦੇਖਦੇ ਹਾਂ। ਜਿਹੜਾ ਅਮਰਗੜ੍ਹ ਖਾਸ ਕਰਕੇ ਨਗਰ ਵਾਗੜੀਆਂ, ਉਹ ਇੱਕ ਹੱਬ ਦੀ ਤਰ੍ਹਾਂ ਕੰਮ ਕਰ ਰਿਹਾ। ਜਿਹੜਾ ਇੱਥੋਂ ਦੇ 2 ਹੀ MLA ਰਹੇ ਨੇ, ਮੈਂ ਉਹਨਾਂ ਨੂੰ ਬੇਨਤੀ ਇਹੀ ਕਰਦਾ ਵੀ ਸਾਡੇ ਹਲਕੇ ਦੀ ਜਿਹੜੀ ਬਦਨਾਮੀ ਆ ਪੂਰੇ ਪੰਜਾਬ ਭਰ 'ਚ, ਵੀ ਉਹਨਾਂ ਨੂੰ ਇਹ ਕਦੇ ਬਦਨਾਮੀ ਅਨੁਭਵ ਨਹੀਂ ਹੋਈ। ਉਹਨਾਂ ਨੇ ਇਸ ਕਿਸਮ ਦੀ ਜਿਹੜੀ ਸਰਪ੍ਰਸਤੀ ਕੀਤੀ ਆ ਇਸ ਹੱਬ ਦੀ, ਤਾਂ ਉਹਨਾਂ ਨੂੰ ਇਸ ਦਾ ਹਿਸਾਬ ਦੇਣਾ ਪਵੇਗਾ। ਫਿਰ ਸਵਾਲ ਅਗਲਾ ਇਹ ਬਣਦਾ ਹੈ ਕਿ ਤੁਹਾਡੇ ਕੋਲ ਜਿਹੜੇ ਲੋਕ ਨੇ, ਕੇਜਰੀਵਾਲ ਸਾਹਿਬ ਨੇ ਜਿਹੜੀਆਂ ਗਰੰਟੀਆਂ ਦੇ ਕੇ ਜਾ ਰਹੇ ਨੇ, ਉਹ ਕਿਤੇ ਇਹ ਨਾ ਹੋਵੇ ਕਿ ਲੋਕਾਂ ਨੇ ਪਹਿਲਾਂ ਵੀ ਫਾਰਮ ਬਹੁਤ ਭਰੇ ਨੇ, ਕੈਪਟਨ ਵਾਲੇ ਵੀ ਬੜੇ ਫਾਰਮ ਭਰੇ ਸੀ, ਅਤੇ ਫਿਰ ਹੁਣ ਉਸ ਚੀਜ਼ ਨੂੰ ਕਿਵੇਂ ਦੇਖਦੇ ਹੋ ਤੁਸੀਂ? ਕੀ ਨਜ਼ਰੀਆ ਹੈ ਤੁਹਾਡਾ? ਨਾ ਜੀ, ਅਰਵਿੰਦ ਕੇਜਰੀਵਾਲ ਇੱਕ ਇੰਡੀਆ ਦਾ ਐਸਾ ਨੇਤਾ ਜੋ ਕਹਿੰਦਾ ਉਹ ਕਰਕੇ ਵਿਖਾਉਂਦਾ, ਅਤੇ ਉਹਨਾਂ 'ਤੇ ਲੋਕਾਂ ਨੂੰ ਭਰੋਸਾ। ਉਹ ਤਾਂ ਹੁਣ ਮੈਂ ਤੁਹਾਨੂੰ ਕਹਿ ਦੇਣਾ ਵੀ ਮੈਂ ਹਫ਼ਤੇ ਨੂੰ ਮਹੀਨੇ ਨੂੰ ਜਹਾਜ਼ ਲੈ ਕੇ ਦੇ ਦੂੰ, ਇਹ ਨਹੀਂ ਹੁੰਦਾ। ਜਿਹਦੇ 'ਤੇ ਭਰੋਸਾ, ਉਹਦਾ ਲੋਕ ਇੱਕ ਬੋਲ ਵੀ ਸੱਚ ਮੰਨਣਗੇ। ਅਰਵਿੰਦ ਕੇਜਰੀਵਾਲ ਜੋ ਦਿੱਲੀ ਦੇ ਵਿੱਚ ਕੀਤਾ, ਉਹ ਸਮੇਂ ਤੋਂ ਪਹਿਲਾਂ ਹੀ ਕਰਕੇ ਵਿਖਾ ਦਿੰਦੇ ਆ। ਜੋ ਪੰਜਾਬ ਦੇ ਵਿੱਚ ਗਰੰਟੀ ਦੇ ਕੇ ਜਾਂਦੇ ਨੇ, ਉਹਨਾਂ ਨੇ ਪੂਰੀ ਇਕਨੋਮਿਕਸ ਨੂੰ ਸਮਝਦੇ ਹੋਇਆਂ ਬੈਲੈਂਸ ਬਣਾ ਕੇ ਉਸ ਤਰੀਕੇ ਨਾਲ ਕਰਿਆ ਵੀ ਜਿਸ ਤਰੀਕੇ ਨਾਲ ਉਹ ਪੂਰੀ ਹੋ ਸਕੇ। ਬਿਲਕੁਲ ਲੋਕਾਂ ਨੂੰ ਵੀ ਭਰੋਸਾ ਵੀ ਜੋ ਕਹਿੰਦੇ ਨੇ ਉਹ ਕਰਕੇ ਵਿਖਾਉਣਗੇ ਜੀ। ਅਤੇ ਫਿਰ ਸਵਾਲ ਇਹ ਪੈਦਾ ਹੁੰਦਾ ਹੈ ਕਿ ਇਸ ਵੇਲੇ ਜਿਹੜਾ ਤੁਸੀਂ 1000 ਰੁਪਈਆ ਗਰੰਟੀ ਦੇ ਕੇ ਗਏ ਨੇ ਕੇਜਰੀਵਾਲ ਸਾਹਿਬ, ਅਤੇ ਸਿੱਧੂ ਸਾਹਿਬ ਨੇ 2000 ਦੇਤੀ, ਨਾਲ ਸਿਲੰਡਰ ਵੀ ਦੇਤੇ 8। ਤੁਹਾਨੂੰ ਲੱਗਦਾ ਨਹੀਂ ਕਿ ਸਾਨੂੰ ਮਜ਼ਬੂਤ ਆਰਥਿਕਤਾ ਵੱਲ ਜਾਣਾ ਚਾਹੀਦਾ ਹੈ ਕੰਪੈਰੇਟਿਵਲੀ, ਜੇਕਰ ਅਸੀਂ ਮੁਫਤ ਵਾਲੇ ਪਾਸੇ ਨੂੰ ਨਾ ਤੁਰੀਏ, ਰਾਜਨੀਤੀ ਨੂੰ ਮੁਫਤ ਵਾਲੇ ਪਾਸੇ ਨੂੰ ਨਾ ਤੋਰੀਏ? ਇਹ ਗੱਲ ਇਹ ਨਹੀਂ ਹੈਗੀ, ਗੱਲ ਹੈਗੀ ਆ ਤੁਹਾਡੇ ਦਰਦ ਦੀ। ਹੁਣ ਪਬਲਿਕ ਦੇ ਵਿੱਚ ਬੀਬੀਆਂ ਭੈਣਾਂ ਨੇ, ਹੁਣ ਇੰਨੀ ਗਰੀਬੀ ਦੀ ਹੰਢਾ ਰਹੀਆਂ ਨੇ, ਅਤੇ ਉਹਨਾਂ ਕੋਲ ਤਾਂ ਆਪਦੇ ਚੁੱਲ੍ਹਾ ਚਲਾਉਣ ਨੂੰ ਪੈਸੇ ਨਹੀਂ ਹੈਗੇ। ਹੁਣ ਜਿਹੜੀ ਤੁਸੀਂ ਕਾਂਗਰਸ ਦੀ ਗੱਲ ਕਰਦੇ ਹੋ, ਸਿੱਧੂ ਸਾਹਿਬ ਤਾਂ ਆਪਦਾ ਮਾਨਸਿਕ ਤਵਾਜ਼ਨ ਨਹੀਂ ਗਵਾਇਆ ਹੋਇਆ ਉਹਨਾਂ ਦਾ। ਉਹ ਤਾਂ ਕੋਈ ਵੀ ਮੂੰਹ ਹੀ ਛੱਡ ਦਿੰਦੇ ਨੇ। ਪਹਿਲਾਂ ਕਹਿੰਦੇ ਸਾਡੀਆਂ ਬੀਬੀਆਂ 1000 ਰੁਪਏ ਮੇਰੇ ਘਰ ਵਾਲੀ ਭਗਾ ਕੇ ਮਾਰੂ, ਤੂੰ ਤਾਂ ਅਰਬਾਪਤੀਆਂ ਭਗਾ ਕੇ ਮਾਰੇਗਾ, ਅਤੇ ਹੁਣ ਇਹ 2000 ਕਿਉਂ ਦਿੰਦਾ? ਅਤੇ ਆਪਦੀ ਗੱਲ ਕਹਿ ਕੇ ਜਦੋਂ ਕੋਈ ਬੰਦਾ ਉਸ ਨੂੰ ਕੰਡਮ ਕਰਦਾ ਜਾਂ ਉਸ 'ਤੇ ਫਿਰ ਦੁਬਾਰੇ ਹਾਂ ਪੱਖੀ ਕਹਿੰਦਾ, ਤਾਂ ਉਹਨੂੰ ਤਾਂ ਸ਼ਰਮ ਆਉਣੀ ਚਾਹੀਦੀ ਆ ਵੀ ਉਹ ਪਹਿਲਾਂ ਕੀ ਕਹਿੰਦਾ ਸੀ ਅਤੇ ਅੱਜ ਕੀ ਕਹਿੰਦਾ। ਨਾਲੇ ਕਾਂਗਰਸ ਦੇ ਵਾਅਦਿਆਂ ਨੂੰ ਕੌਣ ਪੁੱਛਦਾ, ਕੌਣ ਮੰਨਦਾ ਹੈ? ਕਾਂਗਰਸ ਨੇ ਤਾਂ ਪਹਿਲਾਂ ਵੀ ਬਹੁਤ ਕੁਛ ਕਰਿਆ ਸੀ, ਘਰ ਘਰ ਰੁਜ਼ਗਾਰ ਦੀ ਗੱਲ ਕਰੀ ਸੀ, ਦੇਤੀ, ਅਤੇ ਉਹਨਾਂ ਨੇ ਕਿਹਾ ਸੀ ਸਾਰਾ ਕਰਜ਼ਾ ਮੁਕਤੀ ਉਹ ਦੇ ਦਿੱਤੀ, ਕਿਉਂਕਿ ਕਾਂਗਰਸ ਵਾਅਦਿਆਂ ਦੇ ਸਿਰ 'ਤੇ ਆਈ ਵੀ ਹੈ ਨਾ। ਜੇ ਇਹ ਕਹੇ ਚੰਨੀ ਵੀ ਰਾਜਾ ਬਦਲ ਗਿਆ ਅੱਜ ਨਹੀਂ, ਕਾਂਗਰਸ ਦੇ ਵਾਅਦਿਆਂ ਦੇ ਨਾਲ ਸਰਕਾਰ ਬਣੀ ਆ। ਉਹ ਵਾਅਦੇ ਕਿਹੜੇ ਪੂਰੇ ਕਰੇ ਨੇ? ਅਤੇ ਅੱਜ ਲੋਕ ਪਿੰਡਾਂ ਦੇ ਵਿੱਚ ਵੜਨ ਨਹੀਂ ਦਿੰਦੇ। ਇਹਨਾਂ ਦੇ MLA ਦਾ, ਲੀਡਰਾਂ ਦਾ ਉਹ ਹਾਲ ਆ ਵੀ ਚੋਰੀ ਚੋਰੀ ਇਹ ਨੀਂਹ ਪੱਥਰ ਰੱਖ ਕੇ ਵੀ ਭੱਜਦੇ ਨੇ, ਰਾਤਾਂ ਨੂੰ ਇਹ ਲੋਕਾਂ ਦੇ ਘਰੇ ਜਾਂਦੇ ਨੇ, ਦਿਨੇ ਲੋਕਾਂ ਦੇ ਜਾਣ ਜੋਗੇ ਨਹੀਂ। ਅਤੇ ਫਿਰ ਬੀਤੇ ਦਿਨੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਨੇ ਵੀ ਜਿਹੜੀ ਰੈਲੀ ਆ ਉਹ ਕੈਂਸਲ ਕੀਤੀ, ਸੰਬੋਧਨ ਕੈਂਸਲ ਕੀਤਾ। ਉਸ ਚੀਜ਼ ਨੂੰ ਕਿਸ ਨਜ਼ਰੀਏ ਨਾਲ ਦੇਖਦੇ ਹੋ ਤੁਸੀਂ? ਵੋਟਾਂ ਨੂੰ ਅੱਡ ਛੱਡਦੀ ਆਪਾਂ ਪ੍ਰੋਫੈਸਰ ਸਾਹਿਬ, ਕਿਉਂਕਿ ਤੁਸੀਂ ਇੱਕ ਬਤੌਰ ਬੁੱਧੀਜੀਵੀ ਵੀ ਸਮਾਜ ਦੇ ਵਿੱਚ ਹਿੱਸਾ ਉਹ ਵਿਚਰਦੇ ਹੋ, ਉਸ ਨਜ਼ਰੀਏ ਨੂੰ ਤੁਸੀਂ ਕੀ ਕੱਲ੍ਹ ਦੀ ਜੋ ਘਟਨਾ ਹੋਈ ਉਹ ਹੋਣੀ ਚਾਹੀਦੀ ਸੀ ਜਾਂ ਨਹੀਂ ਹੋਣੀ ਚਾਹੀਦੀ ਸੀ?
ਨਹੀਂ, ਉਹ ਘਟਨਾ ਤਾਂ ਪ੍ਰਧਾਨ ਮੰਤਰੀ ਦਾ ਰੂਟ ਤਾਂ ਇੰਨਾ ਸਖਤ ਹੁੰਦਾ, ਉਹ ਹੁੰਦੀ ਨਹੀਂ, ਕੁਝ ਵੀ ਨਹੀਂ, 200 ਬੰਦਾ ਵੀ ਨਹੀਂ ਸੀਗਾ। ਜੇ ਇਹਨਾਂ ਨੇ ਉਹਨਾਂ ਨੂੰ ਪਰਾਂ ਹਟਾਉਣ ਦਾ ਕੋਈ ਗੱਲ ਨਹੀਂ ਸੀ। ਉਹ ਵੀ ਇਹ ਚਾਹੁੰਦਾ ਸੀ, ਇਹ ਵੀ ਇਹ ਚਾਹੁੰਦੇ ਸੀ, ਕਿਉਂਕਿ ਦੋਨਾਂ ਦਾ ਮਸਲਾ ਇੱਕ ਚੀਜ਼ ਨਾਲ ਹੱਲ ਹੋ ਰਿਹਾ ਸੀ। ਹੱਲ ਇਹ ਹੋ ਰਿਹਾ ਸੀ, ਇਹ ਕਹਿੰਦੇ ਵੀ ਅਸੀਂ ਤੁਹਾਨੂੰ ਕਿਸਾਨਾਂ ਨੂੰ ਰੋਕਿਆ ਨਹੀਂ, ਦੂਜੇ ਪਾਸੇ ਉਹਨੂੰ ਮੌਜਾਂ ਇਹ ਲੱਗ ਗਈਆਂ ਵੀ ਕੋਈ ਖਾਲੀ ਕੁਰਸੀਆਂ ਨੂੰ ਸੰਬੋਧਨ ਕਿਵੇਂ ਕਰਦਾ, ਪਬਲਿਕ ਉੱਥੇ ਆਈ ਨਹੀਂ। ਤੀਜਾ ਇਹ ਆ ਵੀ ਭਾਜਪਾ ਦਾ ਜਿਹੜਾ ਸੂਰਜ ਆ ਉਹ ਆਸਤ ਹੋ ਰਿਹਾ। ਕਈ ਵਾਰ ਬੰਦੇ 'ਤੇ ਸਖਤੀ ਦਾ ਨਸ਼ਾ ਬਹੁਤ ਚੜ੍ਹ ਜਾਂਦਾ। ਅੱਜ ਜਿਹੜਾ ਉਹ ਨਸ਼ਾ ਉਤਾਰ ਦਿੱਤਾ, ਪਹਿਲੀਆਂ ਇਲੈਕਸ਼ਨਾਂ ਨੇ ਵੀ ਉਤਾਰਿਆ ਅਤੇ ਹੁਣ ਇਸ ਇਲੈਕਸ਼ਨਾਂ ਦੇ ਵਿੱਚ ਵੀ ਉਹਨਾਂ ਨੂੰ ਆਪਦੀ ਅਸਲੀਅਤ ਦਾ ਪਤਾ ਲੱਗ ਜੂ ਵੀ ਅਸੀਂ ਕੀ ਹਾਂ। ਜਿਹੜੇ ਨਾਦਰਸ਼ਾਹੀ ਫੈਸਲੇ ਮੋਦੀ ਨੇ ਕਰੇ ਨੇ ਉਹ ਭਾਰਤ ਦੇ ਲਈ ਬਹੁਤ ਖਤਰਨਾਕ ਨੇ। ਅੱਜ ਸਾਡਾ ਸਾਲ ਬਾਅਦ ਮਲਕ ਦੇ ਨੇ ਜਦੋਂ ਕਿਸਾਨਾਂ ਦੇ 3 ਐਕਟ ਵਾਪਸ ਲੈਣੇ ਸੀ, ਸਾਨੂੰ ਕੋਈ ਪ੍ਰਾਪਤੀ ਨਹੀਂ ਦਿੱਤੀ, ਵਾਪਸ ਲੈਣੇ ਸੀ, ਵਾਪਸ ਕਰਾਉਣਾ ਚਾਹੁੰਦੇ ਤੇ। ਸਾਲ ਭਰ ਇੰਨੇ ਕਿਸਾਨ ਸ਼ਹੀਦ ਹੋਏ ਨੇ, ਇੰਨਾ ਸਾਨੇ ਦੁੱਖ ਭੋਗਿਆ, ਮਾਨਸਿਕ ਤਣਾਅ ਦੇ ਵਿੱਚ ਰਹੀ ਇੰਨੀ ਦੁਨੀਆ, ਐਡੇ ਮਤਲਬ ਬੱਚੇ ਤੱਕ 1 ਸਾਲ ਭਰ ਜਾਮ ਜਿਹਾ ਰਹਿ ਗਿਆ ਸੀ। ਮਤਲਬ ਉਹਦਾ ਜ਼ਿੰਮੇਵਾਰ ਕੌਣ ਆ? ਅੱਜ ਉਹ ਰੈਲੀ ਨੇ ਉਸ ਨੂੰ ਨਤੀਜਾ ਦਿਖਾ ਦਿੱਤਾ ਵੀ ਇਹ ਫੈਸਲੇ ਜਨਤਾ ਦੇ ਸੁਆਦ ਜਨਤਾ ਦੀ ਰਜਾ ਨਾਲ ਹੁੰਦੇ ਨੇ, ਰਾਜਿਆਂ ਦੇ ਫੈਸਲੇ ਨਹੀਂ ਹੈਗੇ। ਉਹ ਬਹੁਤ ਦੇਰ ਪਹਿਲਾਂ ਬਦਲ ਗਿਆ। ਮੁਗਲ ਰਾਜ ਸੀ ਅਤੇ ਜਿਹੜੇ ਰਾਜਿਆਂ ਦੇ ਰਾਜ ਸੀ ਉਹ ਅੱਜ ਤੋਂ ਸੈਂਕੜੇ ਸਾਲ ਪਹਿਲਾਂ ਦੀਆਂ ਗੱਲਾਂ ਹੋ ਚੁੱਕੀਆਂ। ਇਹਨਾਂ ਦੇ ਵਿੱਚ ਹਜੇ ਵੀ ਬਿਰਤੀ ਉਹੀ ਮੁਹੰਮਦ ਤੁਗਲਕ ਵਾਲੀ, ਨਾਦਰ ਸ਼ਾਹ ਵਾਲੀ, ਆਪਣੇ ਅਹਿਮਦ ਸ਼ਾਹ ਅਬਦਾਲੀ ਵਾਲੀਆਂ ਨੇ। ਤੇ ਫਿਰ ਜਿਸ ਸਮੱਸਿਆਵਾਂ ਦੀਆਂ ਤੁਸੀਂ ਗੱਲਾਂ ਕਰਦੇ ਹੋ, ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਕੋਸ਼ਿਸ਼ ਰਹੇਗੀ ਪ੍ਰੋਫੈਸਰ ਸਾਹਿਬ, ਤੁਸੀਂ ਲੋਕਾਂ ਨੂੰ ਦਿਖਾਉਣਾ ਚਾਹੋਗੇ ਆਉਣ ਵਾਲੇ ਸਮੇਂ ਦੇ ਵਿੱਚ ਹਕੀਕਤ ਟੀਵੀ ਪੰਜਾਬੀ ਦੇ ਜ਼ਰੀਏ ਕਿ ਕੀ ਸਮੱਸਿਆ ਹੈਗੀ ਹੈ, ਜਿਸ ਸਮੱਸਿਆ ਦੀ ਤੁਸੀਂ ਗੱਲ ਕਰਦੇ ਹੋ? ਬਿਲਕੁਲ, ਜੇ ਅਸੀਂ ਤੁਹਾਡੇ ਨਾਲ ਜੁੜੇ ਹੀ ਰਹਿਣਾ ਅਤੇ ਤੁਸੀਂ ਲੋਕਲ ਹੋ ਅਤੇ ਜਿਹੜੀ ਅਸਲੀਅਤ ਨੇ ਤੁਹਾਨੂੰ ਦਿਖਾਉਂਦੇ ਰਹਾਂਗੇ। ਅਤੇ ਜਿਹੜੇ ਸਾਡਾ ਵਿਜ਼ਨ ਆ ਆਮ ਆਦਮੀ ਪਾਰਟੀ ਦਾ, ਉਹ ਵੀ ਅਸੀਂ, ਕਿਉਂਕਿ ਅਸੀਂ ਹਰ ਸਮੱਸਿਆ ਦਾ ਹੱਲ ਲੱਭਣਾ, ਚਾਹੇ ਬੇਰੁਜ਼ਗਾਰੀ ਦਾ, ਚਾਹੇ ਨਸ਼ਿਆਂ ਦਾ, ਚਾਹੇ ਟੁੱਟੇ ਪਏ ਪੰਜਾਬ ਦੇ ਮਾਨਸਿਕ ਜਿਹੜਾ ਮਨੋਵਿਗਿਆਨਕ ਤੌਰ 'ਤੇ ਲੋਕਾਂ ਨੂੰ ਖੜ੍ਹੇ ਕਰਨਾ। ਅੱਜ ਜਿਹੜੀ ਵੱਡੀ ਸਮੱਸਿਆ, ਸਾਡੇ ਲੋਕ ਮਨੋਵਿਗਿਆਨਕ ਹਾਰ ਮੰਨ ਚੁੱਕੇ ਤੇ ਵੀ ਜਿਹੜਾ ਜੇ ਮਨੋਵਿਗਿਆਨ ਹੈ ਬੰਦੇ ਦਾ ਗਿਰ ਜਾਵੇ ਵੀ ਮਾਨਸਿਕ ਤੌਰ 'ਤੇ ਆਪਾਂ ਉਹਨਾਂ ਨੂੰ ਪ੍ਰਬਲ ਇੱਛਾ ਜਗਾਉਣੀ ਆ ਵੀ ਤੁਸੀਂ ਜਿਉਂਦੇ ਹੋ, ਤੁਹਾਡੇ ਭਰਾ ਅਸੀਂ, ਆਪਾਂ ਰਲ ਮਿਲ ਕੇ ਇਸ ਪੰਜਾਬ ਨੂੰ ਖੜ੍ਹਾ ਕਰਨਾ ਵੀ ਤੁਸੀਂ ਹਿੰਮਤ ਨਾ ਹਾਰ। ਬਹੁਤ ਸਾਰੀ ਬੋਲੀ ਹੁੰਦੀ ਆ ਵੀ ਜੇ ਬੰਦਾ ਹਿੰਮਤ ਹਾਰ ਜਾਵੇ ਨਾ ਕੁਛ ਨਹੀਂ ਬਣਦਾ, ਹਿੰਮਤ ਅੱਗੇ ਲੱਛਮੀ ਪੱਖ ਅੱਗੇ ਪਾਉਣ। ਇਹ ਉਹੀ ਗੱਲ ਆ ਵੀ ਸਾਡੇ ਪੰਜਾਬੀਆਂ ਨੂੰ ਇਹਨਾਂ ਨੇ ਮਾਨਸਿਕ ਗਿਰਾਵਟ ਵੱਲ ਲਿਜਾਣ ਲਈ ਹੀ 75 ਸਾਲ ਕੰਮ ਕਰੇ ਨੇ। ਆਰਥਿਕ ਤਾਂ ਕੀ ਦੇਣੀ ਸੀ, ਮਾਨਸਿਕ ਤੌਰ 'ਤੇ ਵੀ ਵੀਕ ਕਰਤਾ। ਅਤੇ ਆਉਣ ਵਾਲੇ ਸਮੇਂ 'ਚ ਅਸੀਂ ਜੱਫੀ ਪਾ ਕੇ ਭਰਾਵਾਂ ਦੇ ਨਾਲ ਖੜ੍ਹ ਕੇ ਫੀਲਡ 'ਚ ਹਰ ਸਮੱਸਿਆ ਦਾ ਹੱਲ ਲੱਭਣਾ। ਅਸੀਂ ਕੋਈ ਇੱਕ ਸਮੱਸਿਆ ਨਹੀਂ, ਇੱਕ ਸਮੱਸਿਆ ਹੀ ਨਹੀਂ। ਜੇ ਹੁਣ ਤੁਹਾਨੂੰ ਮੈਂ ਇੰਟਰਵਿਊ ਦੇ ਵਿੱਚ ਗਿਣਾਉਣ ਲੱਗ ਜਾਂ, ਪੰਜਾਬ ਦੇ ਵਿੱਚ ਸੈਂਕੜੇ ਸਮੱਸਿਆਵਾਂ ਨੇ, ਖੇਤੀਬਾੜੀ ਦੀਆਂ ਸਮੱਸਿਆ ਨੇ, ਛੋਟੇ ਦੁਕਾਨਦਾਰਾਂ ਦੀਆਂ ਨੇ, ਮਜ਼ਦੂਰਾਂ ਦੀਆਂ ਨੇ, ਪ੍ਰਸ਼ਾਸਨ ਦੀਆਂ ਨੇ, ਫਿਰ ਸਾਡੇ ਭਰਤੀਆਂ ਦੀਆਂ ਨੇ, ਕੱਚੇ ਮੁਲਾਜ਼ਮਾਂ ਦੀਆਂ ਨੇ, ਪੱਕੇ ਕਰਨ ਵਾਲਿਆਂ ਦੀਆਂ ਨੇ, ਨਵੇਂ ਹੋਰ ਬਹੁਤ ਸਾਰੇ ਮਹਿਕਮੇ ਬਿਮਾਰ ਹੋਏ ਪਏ ਨੇ, ਸਿੱਖ ਯੂਨਿਟ ਹੋਏ ਪਏ ਨੇ। ਅਤੇ ਉਹਨਾਂ ਨੂੰ ਸਾਰਿਆਂ ਨੂੰ ਸਟੈਂਡ ਕਰਨਾ ਉਹ ਬਹੁਤ ਵੱਡੇ ਆਪਰੇਸ਼ਨ ਦੀ ਲੋੜ ਆ। ਇਹ ਇੰਨਾ ਮਤਲਬ ਕਮਜ਼ੋਰ ਦਿਲ ਹੁਣ ਇਹਨੂੰ ਨਹੀਂ ਕਰ ਸਕਣਗੇ, ਇਹਨੂੰ ਲੋਹੇ ਵਰਗੇ ਅਤੇ ਸੱਚੇ ਮਨ ਦੇ ਨਾਲ ਹੀ ਕਰਨਾ ਪੈਣਾ। ਇਹ ਤਦ ਜਾ ਕੇ ਪੰਜਾਬ ਸਾਡਾ ਪੈਰਾਂ 'ਤੇ ਖੜ੍ਹਾ ਹੋਊਗਾ। ਅਤੇ ਫਿਰ ਗਜਨ ਮਾਜਰਾ ਸਾਹਿਬ, ਇੱਕ ਹੋਰ ਬੜਾ ਅਹਿਮ ਸਵਾਲ, ਲਾਸਟ ਦੀ ਅਖੀਰ ਸਵਾਲ ਇਹ ਹੈ ਕਿ ਇਸ ਵੇਲੇ ਸਾਰੀਆਂ ਦਿੱਕਤਾਂ ਨੂੰ ਜੇਕਰ ਅਸੀਂ ਕਹਿ ਲਈਏ ਕਿ ਸਾਰੇ ਦਿੱਕਤਾਂ ਦੇ ਹੀ ਸਾਡੇ ਲੀਡਰ ਜ਼ਿੰਮੇਵਾਰ ਨੇ, ਇਹ ਵੀ ਕੋਈ ਬਹੁਤੀ ਸਿਆਣੀ ਗੱਲ ਨਹੀਂ ਹੋਏਗੀ। ਵੋਟਰਾਂ ਨੂੰ ਕੀ ਕਹੋਗੇ? ਕਿਉਂਕਿ ਮੈਨੂੰ ਲੱਗਦਾ ਹੈ ਕਿ ਵੋਟਰ ਕਈ ਵਾਰ ਬਹੁਤ ਸਸਤੇ, ਅਸੀਂ ਕਹਿ ਲਈਏ ਕਿ ਮਾਨਸਿਕਤਾ ਜਾਂ ਕਿਸੇ ਦੇ ਰਿਸ਼ਤੇਦਾਰ ਦੇ ਕਹੇ ਕਹਾਏ 'ਤੇ, ਭੂਆ ਫੁੱਫੜ ਦੇ ਕਹੇ ਕਹਾਏ 'ਤੇ, ਜਾਂ ਫਿਰ ਅਸੀਂ ਕਹਿ ਲਈਏ ਕਿ 10-20-50 ਰੁਪਏ ਦੇ ਲਾਲਚ ਦੇ ਵਿੱਚ, ਮੈਨੂੰ ਲੱਗਦਾ ਕਿ ਮੈਨੂੰ ਕਹਿਣ ਦੇ ਵਿੱਚ ਕੋਈ ਹਰਜ਼ ਨਹੀਂ, ਇਹ ਹੁੰਦਾ ਹੈ, ਰਿਐਲਿਟੀ ਹੈ, ਗਰਾਊਂਡ ਰਿਐਲਿਟੀ ਹੈ। ਉਹਨਾਂ ਲੋਕਾਂ ਨੂੰ ਕੀ ਕਹੋਗੇ? ਕਿਉਂਕਿ 5 ਸਾਲ ਨੇ ਜਿਹੜੇ ਉਹ ਅਸੀਂ ਕਿਸੇ ਦੇ ਸਪੁਰਦ ਕਰਦੇ ਹਾਂ, ਸਾਡੇ ਬੱਚਿਆਂ ਦਾ ਭਵਿੱਖ ਉਹਨਾਂ ਦੇ ਸਪੁਰਦ ਕਰਦੇ ਹਾਂ, ਆਪਣੇ ਖੁਦ ਦਾ ਭਵਿੱਖ ਉਹਨਾਂ ਦੇ ਸਪੁਰਦ ਕਰਦੇ ਹਾਂ। ਲੋਕਾਂ ਨੂੰ ਵੋਟਾਂ ਬਾਰੇ ਕੀ ਕਹੋਗੇ? ਦੇਖੋ, ਰਾਜਨੀਤੀ ਤੋਂ ਉੱਪਰ ਉੱਠ ਕੇ ਗੱਲ ਕਰਨੀ ਹੈ ਜਿਹੜੀ ਤੁਸੀਂ ਕਰਨੀ ਹੈ ਅੱਜ। ਨਹੀਂ, ਜਿਹੜਾ ਪਬਲਿਕ ਆ ਨਾ, ਤੁਸੀਂ ਉਸ ਨੂੰ ਦੋਸ਼ ਨਹੀਂ ਦੇ ਸਕਦੇ। ਪਬਲਿਕ ਛੋਟੇ ਬੱਚੇ ਵਾਂਗ ਹੁੰਦੀ ਆ। ਜਦੋਂ ਬੱਚੇ ਨੂੰ ਤੁਸੀਂ ਗੋਲੀ ਦੇਣੀ ਆ, ਉਹਨੂੰ ਲਵੇੜ ਕੇ ਚਾਹੇ ਜ਼ਹਿਰ ਦੇ ਦਿਓ, ਮਰੀਜ਼ ਵਾਂਗ ਉਹ ਖਾ ਲੂਗਾ।
ਹੁਣ ਪਬਲਿਕ ਨੂੰ ਸੂਝ ਲਿਆਉਣੀ, ਸਮਝਾਉਣਾ, ਦੱਸਣਾ ਤੇ ਹੁਣ ਤੀਜੀ ਧਿਰ ਦੇ ਕਾਰਜ ਦਿਖਾਉਣੇ ਕਰਨੇ, ਉਹ ਸਾਨੂੰ ਸਾਥ ਦੇ ਰਹੇ ਨੇ। ਜਦੋਂ ਉਹਨਾਂ ਕੋਲੇ ਬਦਲ ਕੋਈ ਨਹੀਂ ਸੀ, A ਤੋਂ B, B ਤੋਂ A, ਕਾਂਗਰਸ ਅਕਾਲੀ 75 ਸਾਲਾਂ ਦੇ ਵਿੱਚ ਉਹ ਬੇਬਸ ਹੋਏ ਬੈਠੇ ਦੇ। ਦੇਖੋ ਰਾਹ ਵੀ ਕੋਈ ਹੋਣਾ ਚਾਹੀਦਾ ਨਾ, ਜਦੋਂ ਰਾਹ ਹੀ ਨਹੀਂ ਸੀ। ਇਸ ਕਰਕੇ ਜਿਹੜੀ ਆਉਣ ਵਾਲਾ ਸਮਾਂ ਬਿਲਕੁਲ ਤੁਸੀਂ ਪਬਲਿਕ ਨੂੰ ਦੋਸ਼ ਨਹੀਂ ਦੇ ਸਕਦੇ। ਪਬਲਿਕ ਨੂੰ ਚਾਹੇ ਪੈਸਿਆਂ 'ਚ ਮੁੱਲ ਖਰੀਦਣ ਦਾ ਯਤਨ ਕਰਨ, ਅਤੇ ਜੇ ਕੋਈ ਲੋੜਵੰਦ ਹੁੰਦਾ ਲੈ ਵੀ ਲਊਗਾ ਤਾਂ ਵੋਟ ਨਹੀਂ ਪਾਉਂਦਾ, ਅਤੇ ਬਹੁਤ ਵੱਡੇ ਪੱਧਰ 'ਤੇ ਇਹਨਾਂ ਦੇ ਬਰਖਲਾਫ ਵੋਟ ਪੈਣੀ ਆ। ਲੋਕਾਂ 'ਚ ਇੱਕ ਬਦਲਾਅ ਦੀ ਨੀਤੀ ਆ। ਲੋਕ ਚਾਹੁੰਦੇ ਨੇ ਵੀ ਅਸੀਂ ਨਵਾਂ ਦੇਖਣਾ। ਜੇ ਨਵਾਂ ਦੇਖਣਾ ਤਾਂ ਉਹਨੂੰ ਮੌਕਾ ਵੀ ਦੇਣਾ ਪੈਣਾ। ਮੌਕਾ ਦੇ ਕੇ ਉਸ ਤੋਂ ਬਾਅਦ ਉਹਦਾ 5 ਸਾਲਾਂ 'ਚ ਪੇਪਰ ਬਣਨਗੇ, ਫਿਰ ਉਹਨੂੰ ਪਾਸ ਫੇਲ ਦਾ ਦਰਜਾ ਦੇਵਾਂਗੇ, ਫਿਰ ਅਸੀਂ ਅਗਲਾ ਨਤੀਜਾ ਲੈ ਕੇ ਆਵਾਂਗੇ। ਇਹ ਥੋੜ੍ਹਾ ਵੀ ਪੇਪਰ ਦੇਣ ਤੋਂ ਪਹਿਲੇ ਕਿਸੇ ਨੂੰ ਫੇਲ ਕਰ ਦਈਏ। ਅਤੇ ਪਬਲਿਕ ਨੂੰ ਜੇ ਪਿਛਲੀ ਵਾਰੀ ਕੋਈ ਛੋਟੀ ਮੋਟੀ ਗਲਤੀ ਹੋਈ, ਉਹ 'ਚ ਸਾਡਾ ਵੀ ਦੋਸ਼ ਹੋ ਸਕਦਾ। ਪਬਲਿਕ ਦਾ ਕਸੂਰ ਅਸੀਂ ਨਹੀਂ ਮੰਨਦੇ। ਪਬਲਿਕ ਨਿਰਣਾਇਕ ਫੈਸਲਾ ਲਊਗੀ, ਮੈਨੂੰ ਯਕੀਨ ਆ। ਬਹੁਤ ਬਹੁਤ ਸ਼ੁਕਰੀਆ ਪ੍ਰੋਫੈਸਰ ਸਾਹਿਬ ਸਾਰੀ ਗੱਲਬਾਤ ਦੇ ਲਈ। ਸੋ ਅਸੀਂ ਕੋਸ਼ਿਸ਼ ਕਰਾਂਗੇ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਡੇ ਨਾਲ ਰਾਬਤਾ ਕਰਕੇ ਜਿਹੜਾ ਹਲਕੇ ਨੂੰ ਇੱਕ ਸਹੀ ਦਸ਼ਾ ਵੱਲ ਨੂੰ ਔਰ ਸਹੀ ਦਿਸ਼ਾ ਵੱਲ ਨੂੰ ਮੋੜ ਸਕੀਏ। ਤੁਸੀਂ ਸਮਾਂ ਦਿੱਤਾ, ਕੀਮਤੀ ਸਮਾਂ ਦਿੱਤਾ, ਬੜਾ ਕੀਮਤੀ ਸਮਾਂ ਹੁੰਦਾ ਤੁਹਾਡਾ, ਇਸ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਥੈਂਕ ਯੂ ਜੀ, ਬਹੁਤ ਦਰਸ਼ਕਾਂ ਦਾ ਵੀ ਧੰਨਵਾਦ। ਥੈਂਕ ਯੂ। ਬਹੁਤ ਬਹੁਤ ਸ਼ੁਕਰੀਆ। ਸੋ ਇਹ ਸਨ ਪ੍ਰੋਫੈਸਰ ਜਸਵੰਤ ਸਿੰਘ ਗੱਜਣ ਮਾਜਰਾ, ਜਿਨ੍ਹਾਂ ਨੇ ਆਪਣੇ ਦਿਲ ਦੀਆਂ ਗੱਲਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ, ਔਰ ਨਾਲ ਹੀ ਉਹਨਾਂ ਕਿਹਾ ਕਿ ਉਹਨਾਂ ਕੋਲ ਬਹੁਤ ਸਾਰੇ ਪਲਾਨਸ ਹੈਗੇ ਨੇ, ਚਾਹੇ ਨੌਜਵਾਨ ਹਲਕੇ ਦੇ ਮੁੰਡੇ ਕੁੜੀਆਂ ਹੋਣ, ਜਾਂ ਫਿਰ ਸਨਅਤਕਾਰਾਂ ਦਾ ਮਾਮਲਾ ਹੋਵੇ, ਨਸ਼ਿਆਂ ਦਾ ਮਾਮਲਾ ਹੋਵੇ, ਜਾਂ ਫਿਰ ਸੜਕਾਂ ਦਾ ਜਾਂ ਸਿਹਤ ਸਹੂਲਤਾਂ ਦਾ ਮਾਮਲਾ ਹੋਵੇ। ਸਾਰੇ ਉਹਨਾਂ ਦੇ ਕੀ ਪੁਆਇੰਟ ਦੇ ਉੱਤੇ ਨੇ, ਸਾਰੇ ਉਹਨਾਂ ਦੇ ਮਨ ਦੇ ਵਿੱਚ ਹੈਗੇ ਨੇ ਕਿ ਉਹਨਾਂ ਨੂੰ ਹੱਲ ਕਿਸ ਤਰੀਕੇ ਨਾਲ ਕਰਨਾ। ਔਰ ਨਾਲ ਹੀ ਉਹਨਾਂ ਨੇ ਕਿਹਾ ਕਿ ਜੇਕਰ ਇਲੈਕਸ਼ਨਾਂ ਵੇਲੇ ਲੋਕ ਆਪਣੀ ਸਮਝਦਾਰੀ ਨਾਲ ਉਹਨਾਂ ਨੂੰ ਇੱਕ ਮੌਕਾ ਦਿੰਦੇ ਨੇ, ਜਾਂ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਨੂੰ ਕਮਾਂਡ ਦਿੰਦੇ ਨੇ, ਤਾਂ ਉਸ ਤੋਂ ਬਾਅਦ ਹੀ ਉਹਨਾਂ ਦੇ ਪਾਸ ਫੇਲ ਦਾ ਜਿਹੜਾ ਰਿਜ਼ਲਟ ਹੈ ਉਹ ਕੱਢਿਆ ਜਾਵੇ। ਫਿਲਹਾਲ ਸਾਡੀ ਕੋਸ਼ਿਸ਼ ਰਹੇਗੀ ਕਿ ਆਉਣ ਵਾਲੇ ਸਮੇਂ ਦੇ ਵਿੱਚ ਪ੍ਰੋਫੈਸਰ ਜਸਵੰਤ ਸਿੰਘ ਗੱਜਣ ਮਾਜਰਾ ਹੋਰਾਂ ਦੇ ਨਾਲ ਜਿਹੜੇ ਹਲਕੇ ਦੀਆਂ ਗੱਲਾਂ ਹੈਗੀਆਂ ਨੇ, ਹਲਕੇ ਦੀਆਂ ਸਮੱਸਿਆਵਾਂ ਹੈਗੀਆਂ ਨੇ, ਜੋ ਦਿੱਕਤਾਂ ਪਰੇਸ਼ਾਨੀਆਂ ਆਮ ਲੋਕਾਂ ਨੂੰ ਹੈਗੀਆਂ ਨੇ, ਉਹ ਤੁਹਾਡੇ ਵੱਲ ਰੂਬਰੂ ਕਰੀਏ। ਔਰ ਨਾਲ ਨਾਲ ਸਾਡੀ ਕੋਸ਼ਿਸ਼ ਇਹ ਵੀ ਰਹੇਗੀ ਕਿ ਆਉਣ ਵਾਲੇ ਸਮੇਂ ਦੇ ਵਿੱਚ ਜੋ ਟ੍ਰੈਂਡ ਹੈਗਾ ਕਿਸੇ ਵੀ ਇਲਾਕੇ ਦਾ, ਕਿਸੇ ਵੀ ਹਲਕੇ ਦਾ, ਤੁਹਾਡੀ ਨਜ਼ਰ ਕਰਦੇ ਰਹੀਏ। ਫਿਲਹਾਲ ਮੈਨੂੰ ਇਹ ਗੱਲਬਾਤ ਇੱਥੇ ਹੀ ਖਤਮ ਕਰਨ ਦੀ ਦਿਓ ਆਗਿਆ। ਧੰਨਵਾਦ।